जिस बंदे ने अपना मैदा ठीक करना है वो दुध दही केले का मिल्क शेक ਇਹੋ ਜਿਹੀਆਂ ਲੇਜ਼ਦਾਰ ਚੀਜ਼ਾਂ ਉਹਨੂੰ ਛੱਡਣੀਆਂ ਪੈਂਦੀਆਂ। ਜਦੋਂ ਮੈਦਾ ਬੜਾ ਪਾਵਰਫੁਲ ਹੋ ਜਾਏ ਫਿਰ ਵੀ ਇਹ ਚੀਜ਼ਾਂ ਖਾਣ ਨਾਲ ਅਗਰ ਉਹਨੂੰ ਗੈਸ ਹੋਏ ਤੇ ਉਹਨੂੰ ਚਾਹੀਦਾ ਹੈ ਕਿ ਇਹ ਚੀਜ਼ਾਂ ਦਾ ਇਸਤੇਮਾਲ ਨਾ ਕਰੇ ਤੇ ਜਾਂ ਸੋਚ ਸਮਝ ਕੇ ਕਦੀ ਕਿਤੇ ਟੇਸਟ ਕਰ ਲੇ, ਵਰਨਾ ਨਹੀਂ। ਹੁਣ ਦਹੀਂ ਅਸੀਂ ਕਹਿੰਦੇ ਨਮਕ ਔਰ ਸੁਰਖ ਮਿਰਚ ਪਾ ਕੇ ਖਾਓਗੇ ਤੇ ਫਿਰ ਠੀਕ ਹੈ, ਕਦੀ ਗੁਜ਼ਾਰਾ ਹੋ ਜਾਂਦਾ, ਲੇਕਿन ਰੋਜ਼ ਥੋੜੀ ਖਾਣੀ ਹੈ। ਦਵਾਈ ਮੇਰੀ ਖਾ ਰਹੇ ਹੋ, ਪਰਚੀ ਵੀ ਮੈਂ ਗਜ਼ਾ ਵਾਲੀ ਦਿੱਤੀ ਹੈ ਤੇ ਪਰਹੇਜ਼ ਤੁਸੀਂ ਆਪਣੇ ਹਿਸਾਬ ਨਾਲ ਕਰ ਰਹੇ ਹੋ, ਇਸ ਲਈ ਫਰਕ ਨਹੀਂ ਪਿਆ ਗੈਸ ਨੂੰ ਤੇ ਕਬਜ਼ ਨੂੰ। ਜਦੋਂ ਕਿ ਬਾਕੀ ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਠੀਕ ਨੇ, ਥਕਾਵਟ ਠੀਕ ਹੈ, ਗੁੱਸਾ ਠੀਕ ਹੈ, ਭੁੱਖ ਠੀਕ ਹੈ, ਨੀਂਦ ਠੀਕ ਹੈ, ਲੇਕਿਨ ਗੈਸ ਦੇਖੋ ਨਾ, ਹੁਣ ਤੁਸੀਂ ਸਾਰੇ ਤੰਦਰੁਸਤ ਹੋ ਜਾਓਗੇ ਐਂਡ ਤੁਸੀਂ 6 ਮਹੀਨੇ ਬਾਅਦ ਵੀ ਆ ਕਹਿਣਾ ਕਿ ਗੈਸ ਜਾਨ ਛੱਡਦੀ ਨਹੀਂ ਪਈ, ਕਿਹੜਾ ਇਲਾਜ ਕੀਤਾ ਯਾਰ? ਇਲਾਜ ਤਾਂ ਹੋ ਗਿਆ, ਬਿਮਾਰੀਆਂ ਤਾਂ ਮੁੱਕ ਗਈਆਂ, ਲੇਕਿਨ ਜਿਹੜੀ ਸਾਨੂੰ ਗੈਸ ਕਬਜ਼ ਸਾਬਿਤ ਹੋ ਰਹੀ ਉਹ ਸਾਡੇ ਖਾਣ ਪੀਣ ਦੀ ਗਲਤੀ ਤੋਂ ਰੋਜ਼ ਹੋ ਰਹੀ ਨਾ। ਗੈਸ ਜ਼ਾਬੇ ਦਾ ਕੀ ਇਲਾਜ ਕਰਾਂਗੇ? ਮਿਸਾਲ ਦੇ ਤੌਰ ਤੇ ਤੁਸੀਂ ਜਾਂ ਮੈਂ, ਅਗਰ ਅਸੀਂ ਆਪਣੀ ਖੁਰਾਕ ਹੀ ਠੀਕ ਨਹੀਂ ਕਰਦੇ ਤੇ ਖੁਰਾਕ ਦੀ ਗਲਤ ਤਰੀਕੇ ਨਾਲ ਖਾਣ ਦੀ ਹੋ ਤਾਂ ਗੈਸ ਸਾਬਿਤ ਹੋ। ਆਇੰਦਾ ਹੁਣ ਧਿਆਨ ਰੱਖੋ ਤਾਂ ਕਿ ਅੱਛਾ ਰਿਜ਼ਲਟ ਆ ਜਾਏ। ਠੀਕ ਹੈ ਜੀ।